Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 123ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਾਝ ਮਹਿਲਾ ਤੀਜਾ। ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਮਾਤਮਾ, ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸੱਚੇ ਦਰਬਾਰ ਦੇ ਵਿੱਚ ਸੋਭਦੇ ਹਨ। ਤੇਰਾ ਨਾਮ ਲੈ ਕੇ, ਤੇਰੀ ਬਾਣੀ ਉਚਾਰ ਕੇ ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ। ਸਦਾ ਆਨੰਦ ਦੇ ਵਿੱਚ ਟਿਕੇ ਰਹਿੰਦੇ ਹਨ। ਦਿਨ ਰਾਤ ਉਹ ਤੇਰੇ ਗੁਣ ਗਾ ਗਾ ਕੇ ਤੇਰੇ ਵਿੱਚ ਸਮਾਏ ਰਹਿੰਦੇ ਹਨ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰ ਜਿਉ ਸੱਚਾ ਉੱਚੋ ਉੱਚਾ, ਹਉਮੈ ਮਾਰ ਮਿਲਾਵਣਿਆ। ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਇਆ ਹੋਇਆ ਹੈ। ਹਰ ਜੀਓ ਜੋ ਹੈ, ਜੋ ਪਰਮਾਤਮਾ ਹੈ, ਉਹ ਸੱਚਾ ਹੈ, ਉੱਚੋ ਉੱਚਾ ਹੈ। ਸਾਡੀ ਜੋ ਦੁਨਿਆਵੀ ਮੈਂ ਹੈ, ਸਾਡੀ ਜੋ ਦੁਨਿਆਵੀ ਹਉਮੈ ਹੈ, ਉਹਦੇ ਤੋਂ ਕਿਤੇ ਜ਼ਿਆਦਾ ਉੱਚਾ ਹੈ ਅਤੇ ਅਸੀਂ ਆਪਣੀ ਹਉਮੈ ਨੂੰ ਮਾਰ ਕੇ ਹੀ ਉਸ ਨਾਲ ਮਿਲਾਪ ਕਰ ਸਕਦੇ ਹਾਂ, ਉਸ ਨਾਲ ਸਾਂਝ ਬਣਾ ਸਕਦੇ ਹਾਂ। ਹਰ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ। ਗੁਰ ਸ਼ਬਦ ਮਿਲੈ ਸੇ ਵਿਛੜੋ ਨਾਹੀ, ਸਹਜੇ ਸੱਚ ਸਮਾਵਣਿਆ। ਉਹ ਪਰਮਾਤਮਾ ਤੇ ਉਸ ਦੀ ਵਡਿਆਈ। ਹਰ ਜੀਉ ਸਾਚਾ ਸਾਚੀ ਨਾਈ, ਦੋਨੋਂ ਹੀ ਸਾਚੇ ਨੇ, ਦੋਨੋਂ ਹੀ ਸਦਾ ਕਾਇਮ ਰਹਿਣ ਵਾਲੇ ਨੇ। ਕਿਸੇ ਵਡਭਾਗੀ ਮਨੁੱਖ ਨੂੰ ਹੀ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਨਾਲ ਸਾਂਝ ਪਾਉਣ ਦਾ ਮੌਕਾ ਮਿਲਦਾ ਹੈ। ਅਤੇ ਜਿਹੜੇ ਮਨੁੱਖ ਨੂੰ ਇਹ ਮੌਕਾ ਮਿਲਦਾ ਹੈ ਗੁਰੂ ਦੇ ਸ਼ਬਦਾਂ ਦੇ ਰਾਹੀਂ, ਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਮਿਲ ਜਾਂਦਾ ਹੈ, ਫਿਰ ਉਹ ਦੁਬਾਰਾ ਕਦੇ ਵਿਛੜਦਾ ਨਹੀਂ ਅਤੇ ਉਹ ਸਦਾ ਸਹਿਜੇ 'ਚ ਰਹਿੰਦਾ ਹੈ, ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ ਅਤੇ ਉਸ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ। ਤੁਝ ਤੇ ਬਾਹਰ ਕਛ ਨਾ ਹੋਏ, ਤੂੰ ਕਰ ਕਰ ਵੇਖੈ ਜਾਣੇ ਸੋਏ। ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਹੇ ਪਰਮਾਤਮਾ, ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਤੂੰ ਹੀ ਇਸ ਜਗਤ ਨੂੰ ਬਣਾਉਂਦਾ ਹੈ। ਤੂੰ ਕਰ ਕਰ ਵੇਖੈ ਜਾਣੇ ਸੋਏ, ਅਤੇ ਤੂੰ ਹੀ ਇਸ ਜੱਗ ਦੀ ਸੰਭਾਲ ਵੀ ਕਰਦਾ ਹੈ ਅਤੇ ਜੀਵਾਂ ਦੇ ਦਿਲਾਂ ਦੀਆਂ ਜਾਣਦਾ ਵੀ ਹੈ। ਜੋ ਕੁਝ ਵੀ ਕਰਦਾ ਹੈ ਜਾਂ ਜੀਵਾਂ ਪਾਸੋਂ ਕਰਵਾਉਂਦਾ ਹੈ, ਤੂੰ ਆਪ ਕਰਵਾਉਂਦਾ ਹੈ ਅਤੇ ਆਪ ਹੀ ਤੂੰ ਗੁਰੂ ਦੇ ਮਤ ਦੇ ਰਾਹੀਂ ਜੀਵਾਂ ਨੂੰ ਆਪਣੇ ਨਾਮ ਦੇ ਵਿੱਚ ਵੀ ਜੋੜਦਾ ਹੈ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸਿਗਾਰ ਬਣਾਏ। ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਫਿਰ ਤੋਂ ਜੀਵ ਇਸਤਰੀ ਦੀ ਉਦਾਹਰਣ ਲਈ ਹੈ ਕਿ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਉਂਦੀ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ। ਉਹ ਪਰਮਾਤਮਾ ਦੇ ਡਰ ਅਦਬ ਦੇ ਵਿੱਚ, ਪ੍ਰੇਮ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾਂ ਨੂੰ ਹੀ ਆਪਣਾ ਸ਼ਿੰਗਾਰ ਬਣਾਉਂਦੀ ਹੈ। ਉਹ ਗੁਰੂ ਦਾ ਆਸਰਾ ਲੈ ਕੇ ਖਸਮ ਪ੍ਰਭੂ ਵਾਲੀ ਬਣ ਜਾਂਦੀ ਹੈ ਅਤੇ ਪ੍ਰਭੂ ਮਿਲਾਪ ਵਾਲੇ ਗੁਰ ਉਪਦੇਸ਼ ਵਿੱਚ ਸਦਾ ਹੀ ਲੀਨ ਰਹਿੰਦੀ ਹੈ। ਸ਼ਬਦ ਵਿਸਾਰਨ ਤਿਨਾ ਠੌਹਰ ਨਾ ਠਾਓ, ਭਰਮ ਭੂਲੇ ਜਿਉ ਸੁੰਝੈ ਘਰ ਕਾਓ। ਹਲਤ ਪਲਤ ਤਿਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣਿਆ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ, ਪਰਮਾਤਮਾ ਦੀ ਸਿਫਤ ਸਲਾਹ ਨੂੰ ਵਿਸਾਰ ਦਿੰਦੇ ਨੇ, ਤਿਨਾ ਠੌਹਰ ਨਾ ਠਾਓ, ਉਹਨਾਂ ਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਕੋਈ ਥਾਂ ਨਹੀਂ ਲੱਭਦੀ। ਉਹ ਭਰਮ ਭੂਲੇ ਰਹਿੰਦੇ ਨੇ, ਮਾਇਆ ਦੀ ਭਟਕਣਾ ਦੇ ਵਿੱਚ ਪਏ ਰਹਿੰਦੇ ਨੇ। ਜਿਉਂ ਸੁੰਝੈ ਘਰ ਕਾਓ, ਕਿ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਸ ਤਰ੍ਹਾਂ ਸੁੰਨੇ ਘਰ ਦੇ ਵਿੱਚ ਕਾਂ ਭਟਕਦਾ ਫਿਰਦਾ ਹੈ ਪਰ ਉਸ ਨੂੰ ਖਾਣ ਦੇ ਲਈ ਕੁਝ ਨਹੀਂ ਲੱਭਦਾ। ਜਿਹੜੇ ਮਨੁੱਖ ਗੁਰੂ ਦੇ ਸ਼ਬਦਾਂ ਨੂੰ ਵਿਸਾਰ ਦਿੰਦੇ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਉੱਦਾਂ ਹੀ ਭਟਕਦੇ ਫਿਰਦੇ ਨੇ ਅਤੇ ਉਹਨਾਂ ਨੂੰ ਕਦੇ ਚੈਨ ਨਹੀਂ ਮਿਲਦਾ, ਉਹਨਾਂ ਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੁੰਦਾ। ਹਲਤ ਪਲਤ ਭਾਵ ਨਰਕ ਸਵਰਗ, ਲੋਕ ਪਰਲੋਕ ਤਿਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣਿਆ। ਕਿ ਉਹ ਸਾਰੀ ਜ਼ਿੰਦਗੀ ਆਪਣੀ ਦੁੱਖਾਂ ਦੇ ਵਿੱਚ ਹੀ ਗੁਜ਼ਾਰ ਲੈਂਦੇ ਹਨ। ਬੇਸ਼ੱਕ ਉਹ ਲੋਕ 'ਚ ਹੋਣ ਜਾਂ ਪਰਲੋਕ 'ਚ ਹੋਣ, ਖੁਸ਼ੀਆਂ ਦੇ ਵਿੱਚ ਹੋਣ ਜਾਂ ਦੁੱਖਾਂ ਦੇ ਵਿੱਚ ਹੋਣ, ਅੰਦਰੋਂ ਧੁਰ ਅੰਦਰੋਂ ਉਹ ਦੁਖੀ ਹੀ ਰਹਿੰਦੇ ਨੇ। ਲੋਕ ਪਰਲੋਕ ਕੀ ਹੈ,
ਇਸ ਦੀ ਐਕਸਪਲੇਨੇਸ਼ਨ ਅਸੀਂ ਕੱਲ ਹੀ ਕਰਕੇ ਹਟੇ ਹਾਂ ਤੇ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਮਿਲ ਜਾਏਗਾ। ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ, ਇਸ ਲੋਕ ਪਰਲੋਕ ਦੇ ਕਨਸੈਪਟ ਨੂੰ ਡੂੰਘਾਈ ਤੋਂ ਸਮਝ ਸਕਦੇ ਹੋ। ਅਗਲੀਆਂ ਪੰਕਤੀਆਂ ਕਰਦੇ ਹਾਂ ਜੀ ਕਿ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੈ ਭਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਜਿਹੜੇ ਮਨੁੱਖ ਨੇ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੇ ਨਾਲ ਚਿੱਤ ਜੋੜਿਆ, ਉਹ ਮਾਇਆ ਦਾ ਹੀ ਲੇਖਾ ਲਿਖਦਾ ਹੈ ਤੇ ਇਸ ਤਰ੍ਹਾਂ ਦਾ ਲੇਖਾ ਲਿਖਦਾ ਲਿਖਦਾ ਅਨੇਕਾਂ ਹੀ ਕਾਗਜ਼ ਤੇ ਬੇਅੰਤ ਸਿਆਹੀਆਂ ਉਹ ਮੁਕਾ ਲੈਂਦਾ ਹੈ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਮਸ ਤੋਂ ਭਾਵ ਸਿਆਹੀ, ਕਿ ਉਹ ਮਾਇਆ ਦੇ ਲੇਖੇ ਲਿਖਦਾ ਲਿਖਦਾ ਕਾਗਜ਼ ਤੇ ਸਿਆਹੀਆਂ ਪਤਾ ਨਹੀਂ ਕਿੰਨੀਆਂ ਕੁ ਗਵਾ ਲੈਂਦਾ ਹੈ। ਪਰ ਦੂਜੇ ਭਾਏ ਸੁਖ ਪਾਏ ਨਾ ਕੋਈ, ਕਿ ਪਰਮਾਤਮਾ ਤੋਂ ਬਿਨਾਂ ਕਿਸੇ ਵੀ ਹੋਰ ਵਸਤੂ ਦੇ ਨਾਲ ਜਾਂ ਮਾਇਆ ਦੇ ਨਾਲ ਪ੍ਰੇਮ ਪਾ ਕੇ ਕਿਸੇ ਨੇ ਸੁੱਖ ਨਹੀਂ ਪਾਇਆ। ਇਹ ਜੋ ਮਾਇਆ ਨਾਲ ਜੁੜਦੇ ਨੇ ਉਹ ਕੂੜ ਲਿਖਦੇ ਨੇ ਤੇ ਕੂੜ ਹੀ ਕਮਾਉਂਦੇ ਨੇ, ਮਾਇਆ ਹੀ ਇਕੱਠੀ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ, ਮਾਇਆ ਦੇ ਹੀ ਲੇਖੇ ਲਿਖਦੇ ਨੇ ਤੇ ਇਸ ਤਰ੍ਹਾਂ ਉਹ ਮਾਇਆ ਦੇ ਨਾਲ ਚਿੱਤ ਜੋੜ ਕੇ ਸਦਾ ਖਿਜੇ ਰਹਿੰਦੇ ਨੇ, ਦੁਖੀ ਹੁੰਦੇ ਨੇ, ਜਲਦੇ ਰਹਿੰਦੇ ਨੇ। ਕਿਉਂਕਿ ਮਾਇਆ ਇੱਕ ਅਜਿਹੀ ਚੀਜ਼ ਹੈ ਕਿ ਥੋੜ੍ਹੀ ਜਿਹੀ ਵੀ ਜੇਕਰ ਤੁਹਾਡੇ ਕੋਲੋਂ ਖੁੱਸ ਜਾਂਦੀ ਹੈ ਤਾਂ ਤੁਸੀਂ ਅੰਦਰੋਂ ਅੰਦਰ ਹੀ ਸੜ ਜਾਂਦੇ ਹੋ, ਬਹੁਤ ਜ਼ਿਆਦਾ ਦੁੱਖ ਤੁਹਾਨੂੰ ਹੁੰਦਾ ਹੈ। ਤੇ ਪਰਮਾਤਮਾ ਦਾ ਨਾਮ ਇੱਕ ਅਜਿਹੀ ਅਮੁੱਲੀ ਦਾਤ ਹੈ ਕਿ ਇੱਕ ਵਾਰੀ ਜੇ ਤੁਹਾਨੂੰ ਮਿਲ ਗਿਆ ਤਾਂ ਖੁੱਸ ਹੀ ਨਹੀਂ ਸਕਦਾ, ਕਿਉਂਕਿ ਇਹ ਗਿਆਨ ਹੈ ਤੇ ਗਿਆਨ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਤੇ ਕਹਿੰਦੇ ਕਿ ਦੂਜੀ ਸਾਈਡ ਤੇ, ਦੂਜੇ ਪਾਸੇ ਗੁਰਮੁਖ ਮਨੁੱਖ ਨੇ, ਗੁਰੂ ਦੇ ਲੜ ਲੱਗੇ ਹੋਏ ਮਨੁੱਖ ਨੇ, ਜਿਹੜੇ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਵਿਚਾਰ ਹੀ ਲਿਖਦੇ ਨੇ। ਤੇ ਅਜਿਹੇ ਜਿਹੜੇ ਮਨੁੱਖ ਹੁੰਦੇ ਨੇ, ਸੇ ਜਨ ਸੱਚੇ ਪਾਵੈ ਮੋਖ ਦੁਆਰ, ਉਹ ਮਾਇਆ ਤੋਂ ਤੇ ਇਸ ਜਗਤ ਦੀਆਂ ਜੋ ਦੁੱਖਾਂ ਕਲੇਸ਼ਾਂ ਨੇ ਉਹਨਾਂ ਤੋਂ ਮੁਕਤੀ ਦਾ ਰਾਹ ਲੱਭ ਲੈਂਦੇ ਨੇ। ਉਹਨਾਂ ਦਾ ਕਾਗਜ਼ ਵੀ ਸੱਚਾ ਹੈ, ਉਹਨਾਂ ਦੀ ਕਲਮ ਵੀ ਸੱਚੀ ਹੈ, ਉਹਨਾਂ ਦੀ ਮਸਵਾਣੀ ਭਾਵ ਦਵਾਤ ਵੀ ਸੱਚੀ ਹੈ, ਸਫਲ ਹੈ। ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਲਿਖ ਲਿਖ ਕੇ ਉਹ ਉਸ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਹੇ ਭਾਈ, ਮੇਰਾ ਪਰਮਾਤਮਾ ਜੋ ਹੈ ਉਹ ਸਾਰੇ ਜੀਵਾਂ ਦੇ ਅੰਦਰ ਬੈਠ ਕੇ ਉਹਨਾਂ ਦੀ ਸੰਭਾਲ ਕਰਦਾ ਹੈ। ਤੇ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੁੰਦਾ ਹੈ। ਹੇ ਨਾਨਕ, ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਦਰ ਮਾਣ ਪ੍ਰਾਪਤ ਕਰਦਾ ਹੈ। ਮਾਝ ਮਹਿਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਨਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਗੁਰੂ ਜੀ ਕਹਿੰਦੇ ਕਿ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਕਿ ਗੁਰੂ ਦੇ ਲੜ ਲੱਗਿਆਂ ਹੀ ਇਸ ਗੱਲ ਦਾ ਚਾਨਣ ਹੁੰਦਾ ਹੈ, ਇਸ ਗੱਲ ਦੀ ਸਮਝ ਪੈਂਦੀ ਹੈ ਕਿ ਉਹ ਪਰਮਾਤਮਾ ਸਭਨਾਂ ਜੀਵਾਂ ਦੇ ਵਿੱਚ ਵਿਆਪਕ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਹਉਮੈ ਦੀ ਮੈਲ ਆਪਣੇ ਮਨ ਤੋਂ ਉਤਾਰੀ ਦੀ ਹੈ। ਤੇ ਜਿਹੜੇ ਮਨੁੱਖ ਦਾ ਮਨ ਮਲ ਰਹਿਤ ਹੋ ਜਾਂਦਾ ਹੈ, ਉਹ ਪ੍ਰਭੂ ਦੀ ਭਗਤੀ ਵਿੱਚ ਰੰਗਿਆ ਜਾਂਦਾ ਹੈ ਤੇ ਉਸ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਹਉ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ। ਰਹਾਉ। ਕਹਿੰਦੇ ਕਿ ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ ਜਿਹੜੇ ਆਪ ਤਾਂ ਪਰਮਾਤਮਾ ਦੀ ਭਗਤੀ ਕਰਦੇ ਹੀ ਹਨ, ਬਲਕਿ ਹੋਰਨਾਂ ਪਾਸੋਂ ਵੀ ਪਰਮਾਤਮਾ ਦੀ ਭਗਤੀ ਕਰਵਾਉਂਦੇ ਹਨ। ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ, ਜਿਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਉਂਦੇ ਹਨ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ। ਪੂਰਾ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਜੀਵਾਂ ਪਾਸੋਂ ਆਪਣੀ ਭਗਤੀ ਕਰਵਾਉਣ ਦਾ ਸਬੱਬ ਉਹ ਪਰਮਾਤਮਾ ਆਪ ਹੀ ਬਣਾਉਂਦਾ ਹੈ ਤੇ ਉਸਨੇ ਜੀਵਾਂ ਨੂੰ ਉਹਨਾਂ ਕੰਮਾਂ ਕਾਰਾਂ ਦੇ ਉੱਤੇ ਲਾਇਆ ਹੋਇਆ ਹੈ ਜਿਹੜੇ ਉਸ ਨੂੰ ਚੰਗੇ ਲੱਗਦੇ ਹਨ। ਜਿਤ ਭਾਵੈ ਤਿਤ ਕਾਰੈ ਲਾਏ। ਪੂਰਾ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਕਹਿੰਦੇ ਚੰਗੀ ਕਿਸਮਤ ਨਾਲ ਹੀ ਗੁਰੂ ਦਾ ਆਸਰਾ ਮਿਲਦਾ ਹੈ ਤੇ ਗੁਰੂ ਦਾ ਆਸਰਾ ਮਿਲ ਕੇ ਜਦੋਂ ਸਾਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦਾ ਸਹਾਰਾ ਮਿਲ ਜਾਂਦਾ ਹੈ, ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ
ਸੁੱਖ ਪ੍ਰਾਪਤ ਕਰ ਲੈਂਦੇ ਹਾਂ। ਹੁਣ ਸੁੱਖ ਪਾਉਣ ਤੋਂ ਭਾਵ ਇਹ ਵੀ ਨਹੀਂ ਕਿ ਜੇਕਰ ਸਾਨੂੰ ਗੁਰੂ ਮਿਲ ਗਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਹੀ ਖਤਮ ਹੋ ਜਾਂਦੇ ਨੇ। ਸੁੱਖ ਪਾਉਣ ਤੋਂ ਭਾਵ ਇਹ ਹੈ ਕਿ ਗੁਰੂ ਸਾਨੂੰ ਇੱਦਾਂ ਦੀ ਸਿੱਖਿਆ ਦਿੰਦਾ ਹੈ, ਇੱਦਾਂ ਦੀ ਮੱਤ ਦਿੰਦਾ ਹੈ ਕਿ ਸਾਨੂੰ ਦੁੱਖ ਲੱਗਣੋਂ ਹਟ ਜਾਂਦੇ ਨੇ। ਜ਼ਿੰਦਗੀ ਦੇ ਜੋ ਮੁਸੀਬਤਾਂ ਨੇ, ਮਾੜੇ ਸਮੇਂ ਨੇ, ਉਹ ਜ਼ਿੰਦਗੀ ਦਾ ਹਿੱਸਾ ਨੇ। ਜਿਸ ਤਰ੍ਹਾਂ ਚੰਗਾ ਸਮਾਂ ਜ਼ਿੰਦਗੀ ਦਾ ਹਿੱਸਾ ਨੇ, ਤਾਂ ਉਹਨਾਂ ਨੇ ਤੇ ਆਉਂਦੇ ਜਾਂਦੇ ਹੀ ਰਹਿਣਾ ਹੈ। ਪਰ ਸਾਡੇ ਮਨ ਦੀ ਜੋ ਸਥਿਤੀ ਹੈ ਉਹ ਇੱਦਾਂ ਦੀ ਗੁਰੂ ਬਣਵਾ ਦਿੰਦਾ ਹੈ ਕਿ ਸਾਨੂੰ ਉਹ ਮੁਸੀਬਤਾਂ ਤੰਗ ਨਹੀਂ ਕਰਦੀਆਂ, ਮੁਸੀਬਤਾਂ ਵੇਲੇ ਅਸੀਂ ਡੋਲਦੇ ਨਹੀਂ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਜਦੋਂ ਮਨੁੱਖ ਬਾਰ-ਬਾਰ ਯਤਨ ਕਰਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ ਤੇ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣ ਸਕਦਾ ਹੈ। ਜਿੰਨਾ ਚਿਰ ਸਾਡੇ ਅੰਦਰ ਹਉਮੈ ਹੈ, ਅਸੀਂ ਬੇਸ਼ੱਕ ਪਰਮਾਤਮਾ ਦੀ ਜਿੰਨੀ ਮਰਜ਼ੀ ਭਗਤੀ ਕਰੀ ਜਾਈਏ, ਸਾਨੂੰ ਅਸਲ ਆਨੰਦ ਪ੍ਰਾਪਤ ਨਹੀਂ ਹੋਣਾ, ਕਿਉਂਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਖਿਆਲ ਰਹੂਗਾ ਕਿ ਅਸੀਂ ਪਰਮਾਤਮਾ ਦੀ ਭਗਤੀ ਕਰ ਰਹੇ ਹਾਂ। ਜਦੋਂ ਇਹ ਹਉਮੈ ਖਤਮ ਹੋ ਗਈ, ਜਦੋਂ ਮੈਂ ਖਤਮ ਹੋ ਗਈ, ਜਦੋਂ ਇਹ ਖਿਆਲ ਆਉਣ ਲੱਗਿਆ ਕਿ ਪਰਮਾਤਮਾ ਸਾਡੇ ਪਾਸੋਂ ਖੁਦ ਭਗਤੀ ਕਰਵਾ ਰਿਹਾ ਹੈ, ਤਾਂ ਸਾਨੂੰ ਉਸ ਪਰਮਾਤਮਾ ਦੇ ਨਾਲ ਇੱਕ ਮਿਲਾਪ, ਇੱਕ ਕਨੈਕਸ਼ਨ ਮਹਿਸੂਸ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਪਰਮਾਤਮਾ ਦੀ ਭਗਤੀ ਕਰ ਰਿਹਾ ਹਾਂ, ਤਾਂ ਇਹਦੇ 'ਚ ਪਰਮਾਤਮਾ ਜੋ ਹੈ ਉਹ, ਜੇ ਆਪਾਂ ਕਹੀਏ ਕਿ ਥਰਡ ਪਰਸਨ ਹੈ, ਉਹਦਾ ਰੋਲ ਸਾਨੂੰ ਉਸ ਪ੍ਰਕਿਰਿਆ ਦੇ ਵਿੱਚ ਨਜ਼ਰ ਨਹੀਂ ਆਉਂਦਾ। ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਸਾਡੇ ਕੋਲੋਂ ਭਗਤੀ ਕਰਵਾ ਰਿਹਾ ਹੈ, ਤਾਂ ਸਾਨੂੰ ਉਸ ਪਰਮਾਤਮਾ ਦਾ ਰੋਲ ਬਕਾਇਦਾ ਨਜ਼ਰ ਆਉਂਦਾ ਹੈ ਕਿ ਉਹ ਸਾਡੇ ਤੋਂ ਕੁਝ ਕਰਵਾ ਰਿਹਾ ਹੈ, ਤੇ ਸਾਡੇ ਤੋਂ ਕੁਝ ਉਹੀ ਕਰਵਾ ਸਕਦਾ ਹੈ ਜਿਹਦੇ ਨਾਲ ਸਾਡੀ ਕੋਈ ਸਾਂਝ ਹੋਵੇ। ਤਾਂ ਸਾਨੂੰ ਉਸ ਪਰਮਾਤਮਾ ਦੇ ਨਾਲ ਇੱਕ ਰਿਸ਼ਤਾ ਮਹਿਸੂਸ ਹੁੰਦਾ ਹੈ। ਇਸ ਲਈ ਅੰਦਰੋਂ ਹਉਮੈ ਨੂੰ ਖਤਮ ਕਰਨਾ ਜ਼ਰੂਰੀ ਹੈ ਜੇਕਰ ਅਸੀਂ ਪਰਮਾਤਮਾ ਦੀ ਭਗਤੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ। ਤਾਂ ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦਸੰਤਰ ਭਵੈ ਦੂਜੈ ਭਾਏ ਖੁਆਏ, ਵਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁੱਖ ਪਾਵਣਿਆ। ਪਿਛਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਇੱਕ ਵਾਰ ਤੁਸੀਂ ਹਉਮੈ ਅੰਦਰੋਂ ਖਤਮ ਕਰਕੇ ਪਰਮਾਤਮਾ ਦੇ ਨਾਲ ਸਾਂਝ ਬਣਾ ਲਈ, ਤਾਂ ਦੁਬਾਰੇ ਫਿਰ ਤੁਹਾਡੇ ਵਿੱਚ ਹਉਮੈ ਨਹੀਂ ਆਉਂਦੀ, ਤੁਸੀਂ ਹਉਮੈ ਤੋਂ ਆਜ਼ਾਦ ਹੋ ਜਾਂਦੇ ਹੋ। ਤੇ ਹੁਣ ਗੁਰੂ ਜੀ ਕਹਿੰਦੇ ਕਿ ਭਗਤੀ ਤੋਂ ਬਿਨਾਂ ਜੇਕਰ ਮਨੁੱਖ ਅਨੇਕਾਂ ਪ੍ਰਕਾਰ ਦੇ ਹੋਰ ਮਿੱਥੇ ਹੋਏ ਧਾਰਮਿਕ ਕੰਮ ਕਰੇ, ਤਾਂ ਵੀ ਉਹ ਵਿਕਾਰਾਂ ਤੋਂ ਆਜ਼ਾਦੀ ਨਹੀਂ ਪਾ ਸਕਦਾ। ਜੇ ਹੋਰ ਦੇਸ਼ਾਂ ਦਾ ਰਟਨ ਕਰਦਾ ਫਿਰੇ, ਘੁੰਮਦਾ ਫਿਰੇ, ਤੀਰਥ ਯਾਤਰਾਵਾਂ ਕਰਦਾ ਫਿਰੇ, ਤਾਂ ਵੀ ਮਾਇਆ ਦੇ ਮੋਹ 'ਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ, ਤੇ ਉਹ ਸਿੱਧੇ ਰਾਹ 'ਤੇ ਉਦੋਂ ਤੱਕ ਨਹੀਂ ਆ ਸਕਦਾ ਜਦ ਤੱਕ ਉਸ ਨੂੰ ਗੁਰੂ ਦਾ ਆਸਰਾ ਨਾ ਮਿਲੇ। ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਸ਼ਬਦ ਦੇ ਆਸਰੇ ਤੋਂ ਬਿਨਾਂ ਉਹ ਦੁੱਖ ਹੀ ਪਾਉਂਦਾ ਰਹਿੰਦਾ ਹੈ। ਧਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਧਾਵਤ ਤੋਂ ਭਾਵ ਵਿਕਾਰਾਂ ਵੱਲ ਨੂੰ ਦੌੜਦਾ ਹੋਇਆ ਮਨ। ਤੇ ਗੁਰੂ ਜੀ ਕਹਿੰਦੇ ਕਿ ਧਾਵਤ ਰਾਖੈ ਠਾਕ ਰਹਾਏ, ਕਿ ਜਿਹੜਾ ਮਨੁੱਖ ਵਿਕਾਰਾਂ ਵੱਲ ਨੂੰ ਦੌੜਦੇ ਹੋਏ ਇਸ ਮਨ ਨੂੰ ਰੋਕ ਲੈਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ। ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਮਿਲਾ ਦਿੰਦਾ ਹੈ। ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਮਨੁੱਖ ਫਿਰ ਹਮੇਸ਼ਾ ਆਤਮਿਕ ਆਨੰਦ ਮਾਣਦਾ ਹੈ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਵਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੂਬੇ, ਕੂੜ ਬੋਲ ਬਿਖ ਖਾਵਣਿਆ। ਕਹਿੰਦੇ ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਨ। ਉਹ ਉਹੀ ਫਲ ਪ੍ਰਾਪਤ ਕਰਦੇ ਨੇ ਜਿਹੜੇ ਫਲਾਂ ਦੇ ਨਾਲੋਂ ਸਾਥ ਟੁੱਟ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨਾ ਚਿਰ ਅਸੀਂ ਨਾਸਵੰਤ ਚੀਜ਼ਾਂ ਦੇ ਨਾਲ ਮੋਹ ਪਾਈ ਰੱਖਾਂਗੇ ਤੇ ਉਹ ਮੋਹ ਟੁੱਟਣਾ ਹੀ ਹੈ। ਮੋਹ ਟੁੱਟਣ ਤੋਂ ਭਾਵ ਕਿ ਉਹ ਚੀਜ਼ਾਂ ਜੋ ਨੇ ਉਹ ਖਤਮ ਹੋ ਜਾਣਗੀਆਂ ਤੇ ਸਾਨੂੰ ਦੁੱਖ ਵੀ ਹੋਏਗਾ। ਪਰ ਜੋ ਗਿਆਨ ਹੈ, ਜਦੋਂ ਅਸੀਂ ਗਿਆਨ ਦੇ ਨਾਲ ਮੋਹ ਪਾ ਲਿਆ, ਗਿਆਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਗਿਆਨ ਨਾਸਵੰਤ ਨਹੀਂ ਹੈ। ਜੋ ਜਗਤ ਦੀਆਂ ਚੀਜ਼ਾਂ ਨੇ, ਮਾਇਆ ਦਾ ਹੈ, ਮਾਇਆ ਮੋਹ ਹੈ, ਉਹ ਸਭ ਕੁਝ ਨਾਸਵੰਤ ਹੈ। ਤੇ ਇਹ ਲੋਕ ਜਿਹੜੇ ਨੇ, ਜਿਨ੍ਹਾਂ ਦੀ ਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਗੱਲ ਕਰ ਰਹੇ ਨੇ, ਉਹ ਮਾਇਆ ਦੇ ਮੋਹ ਵਿੱਚ ਰਹਿ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾਉਂਦੇ ਨੇ। ਉਹ ਆਪ ਤਾਂ ਮਾਇਆ ਦੇ ਮੋਹ 'ਚ ਗਲਤਾਨ ਰਹਿੰਦੇ ਹੀ ਨੇ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਉਸ ਮੋਹ ਦੇ ਵਿੱਚ ਡੋਬੀ ਰੱਖਦੇ ਨੇ, ਤੇ ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰਕੇ ਉਸ ਜ਼ਹਿਰ ਨੂੰ ਆਪਣੀ ਆਤਮਿਕ ਖੁਰਾਕ ਬਣਾ ਲੈਂਦੇ ਨੇ। ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾ ਹਉਮੈ ਸੋਖੈ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ,
ਤਿੰਨ ਭੀ ਤਨ ਮਹਿ ਮਨ ਨਾ ਖਾਵਣਿਆ। ਬਹੁਤ ਵਧੀਆ ਪੰਕਤੀ ਹੈ, ਬੜੀ ਡੂੰਘੀ ਪੰਕਤੀ ਹੈ ਕਿ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਕਿ ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੈ ਸਿਰਫ ਉਹੀ ਆਪਣੇ ਤਨ ਦੇ ਅੰਦਰ ਆਪਣੇ ਮਨ ਨੂੰ ਵੀ ਵੇਖ ਸਕਦਾ ਹੈ, ਆਪਣੇ ਮਨ ਨੂੰ ਆਪਣੇ ਤਨ ਦੇ ਅੰਦਰ ਹੀ ਟਿਕਿਆ ਹੋਇਆ ਵੇਖ ਸਕਦਾ ਹੈ। ਜ਼ਿਆਦਾਤਰ ਆਮ ਤੌਰ 'ਤੇ ਮਨੁੱਖਾਂ ਦਾ ਮਨ ਜੋ ਹੈ ਉਹ ਬਾਹਰ ਭਟਕਦਾ ਰਹਿੰਦਾ ਹੈ, ਪਰ ਆਪਣੇ ਤਨ ਦੇ ਅੰਦਰ ਆਪਣੇ ਮਨ ਨੂੰ ਟਿਕਾਉਣ ਦੀ ਜੋ ਸ਼ਕਤੀ ਹੈ ਇਹ ਪਰਮਾਤਮਾ ਦੀ ਪ੍ਰੇਮ ਭਗਤੀ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਹੀ ਆਉਂਦੀ ਹੈ। ਉਸ ਤਰ੍ਹਾਂ ਤੁਹਾਡੇ ਅੰਦਰੋਂ ਉਹ ਹਉਮੈ ਖਤਮ ਹੋ ਜਾਂਦੀ ਹੈ ਅਤੇ ਫਿਰ ਤੁਸੀਂ ਆਪਣੇ ਆਪ ਨੂੰ ਆਪਣੇ ਅੰਦਰ ਆਪਣੇ ਮਨ ਨੂੰ ਆਪਣੇ ਹੀ ਅੰਦਰ ਟਿਕਿਆ ਹੋਇਆ ਮਹਿਸੂਸ ਕਰਦੇ ਹੋ। ਗੁਰੂ ਜੀ ਕਹਿੰਦੇ ਕਿ ਅਨੇਕਾਂ ਹੀ ਜੋਗੀ ਪੁੱਜੇ ਹੋਏ ਜੋਗੀ, ਜੋਗ ਸਾਧਨਾ ਕਰਨ ਵਾਲੇ ਜੋਗੀ, ਮੌਨ ਧਾਰੀ ਸਾਧੂ, ਇਹ ਸਾਰੇ ਜਿਹੜੇ ਆਪਣੇ ਆਪ ਨੂੰ ਬਹੁਤ ਪੁੱਜੇ ਹੋਏ ਸਮਝਦੇ ਹਨ ਉਹ ਵੀ ਸੁਰਤੀ ਜੋੜਨ ਦੇ ਯਤਨ ਕਰਦੇ ਨੇ, ਪਰ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ। ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਫਲ ਨਹੀਂ ਹੋ ਪਾਉਂਦੇ। ਪਰ ਕਹਿੰਦੇ ਕਿ ਉਹਨਾਂ ਜੋਗੀ ਦੇ ਵੀ ਵੱਸ ਦੀ ਗੱਲ ਨਹੀਂ ਹੈ, ਜਾਂ ਸਾਡੇ ਮਨੁੱਖਾਂ ਦੇ ਵੀ ਵੱਸ ਦੀ ਗੱਲ ਨਹੀਂ ਹੈ। ਆਪ ਕਰਾਏ ਕਰਤਾ ਸੋਈ, ਕਿ ਜੋ ਉਹ ਆਪ ਕਰਵਾਉਂਦਾ ਹੈ ਅਸੀਂ ਉਹੀ ਕਰਦੇ ਹਾਂ। ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਅਸੀਂ ਜੋ ਜੀਵ ਹਾਂ ਅਸੀਂ ਆਪਣੇ ਆਪ ਕੁਝ ਕਰ ਹੀ ਨਹੀਂ ਸਕਦੇ, ਸਾਡੇ ਆਪ ਦੇ ਉਦਮ ਦੇ ਨਾਲ ਕੁਝ ਹੋ ਹੀ ਨਹੀਂ ਸਕਦਾ। ਜੋ ਕੁਝ ਵੀ ਕਰਵਾਉਂਦਾ ਹੈ ਸਾਡੇ ਪਾਸੋਂ ਉਹ ਪਰਮਾਤਮਾ ਹੀ ਕਰਵਾਉਂਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹੀ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਉਹਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਈ ਰੱਖਦਾ ਹੈ। ਜਿਸ ਮਨੁੱਖ ਨੂੰ ਉਹ ਦਾਤ ਨਹੀਂ ਬਖਸ਼ਦਾ ਉਹ ਮਨੁੱਖ ਮਾਇਆ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ, ਭਟਕਦਾ ਰਹਿੰਦਾ ਹੈ ਅਤੇ ਆਪਣੇ ਮਨੁੱਖੇ ਜਨਮ ਨੂੰ ਇੱਦਾਂ ਹੀ ਵਿਅਰਥ ਗਵਾ ਲੈਂਦਾ ਹੈ। ਸੋ ਇਸੇ ਸੰਦੇਸ਼ ਦੇ ਨਾਲ ਹੀ ਕਿ ਅਸੀਂ ਕੋਸ਼ਿਸ਼ ਕਰੀਏ, ਉਸ ਪਰਮਾਤਮਾ ਦੀ ਭਗਤੀ ਕਰੀਏ, ਉਸ ਪਰਮਾਤਮਾ ਦੇ ਨਾਲ ਜੁੜੀਏ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰੀਏ। ਅਸੀਂ ਇਹ ਨਾ ਕਹੀਏ ਕਿ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਅਸੀਂ ਇਹ ਕਹੀਏ ਕਿ ਪਰਮਾਤਮਾ ਸਾਡੇ ਪਾਸੋਂ ਆਪਣੀ ਭਗਤੀ ਕਰਵਾਉਂਦਾ ਹੈ, ਤਾਂ ਕਿ ਸਾਨੂੰ ਉਸ ਪਰਮਾਤਮਾ ਦੇ ਨਾਲ ਇੱਕ ਰਿਸ਼ਤਾ ਮਹਿਸੂਸ ਹੋਵੇ, ਇੱਕ ਮਿਲਾਪ ਮਹਿਸੂਸ ਹੋਵੇ। ਸੋ ਇਸੇ ਸੰਦੇਸ਼ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 123ਵੇਂ ਅੰਗ ਦੀ ਵਿਆਖਿਆ ਦੀ ਆਪਾਂ ਸਮਾਪਤੀ ਕਰਦੇ ਹਾਂ। ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਅਤੇ ਗੁਰੂ ਦੀ ਬਾਣੀ ਦੇ ਨਾਲ ਇੱਦਾਂ ਹੀ ਜੁੜੇ ਰਹੋ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।